ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम सब दोस्त भाई ਜ਼ਿਮੀਦਾਰਾਂ ਨੂੰ। मैं ਤੁਹਾਡਾ ਹੋਸਟ ਆਸਫ ਰਜ਼ਾ। ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਆਸਫ ਰਜ਼ਾ ਰਹਿਮਾਨੀ ਟਿਪਸ ਦੇ ਨਾਂ ਤੋਂ ਹਮੇਸ਼ਾ ਦੀ ਤਰ੍ਹਾਂ ਦੋਸਤਾਂ ਦੀ ਖਿਦਮਤ ਵਿੱਚ ਹਾਜ਼ਰ ਹੋਏ ਹਾਂ। ਦੋਸਤਾਂ ਵਾਸਤੇ ਇੱਕ ਨਵਾਂ ਤੋਹਫਾ ਲੈ ਕੇ, ਇੱਕ ਨਵੀਂ ਚੀਜ਼ ਲੈ ਕੇ। ਮੇਰੇ ਚੈਨਲ ਤੇ ਪਹਿਲੇ ਵੀ 2 ਵੀਡੀਓਜ਼ ਅਪਲੋਡ ਹੋ ਚੁੱਕੀਆਂ ਨੇ, ਲੇਕਿਨ ਅੱਜ ਅਸੀਂ ਗੱਲ ਕਰਾਂਗੇ ਜਦੀਦ ਦੌਰ ਦੀ, ਜਦੀਦ ਕਾਸ਼ਤ ਦੀ ਵੀ ਗੱਲ ਕਰਾਂਗੇ ਔਰ ਦੇਸੀ ਦੌਰ ਦੀ ਵੀ ਗੱਲ ਕਰਾਂਗੇ। ਦੋਨੋਂ ਤਰੀਕਿਆਂ ਨਾਲ ਕਾਸ਼ਤ ਦੀ ਗੱਲ ਕਰਾਂਗੇ। ਅੱਜ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਜਨਾਬ ਲਸਣ ਦੀ ਕਾਸ਼ਤ, ਥੋਮ ਦੀ ਕਾਸ਼ਤ। ਲਸਣ ਦੀ ਕਾਸ਼ਤ ਲੈ ਕੇ ਹਾਜ਼ਰ ਹੋਏ ਹਾਂ ਕਿ ਕਿਸ ਤਰ੍ਹਾਂ ਕਾਸ਼ਤ ਕਰਨੀ ਹੈ, ਬੀਜ ਦੀ ਵੈਰਾਈਟੀ ਕਿਹੜੀ ਲਗਾਣੀ ਹੈ, ਬੀਜ ਕਿੰਨਾ ਪਾਵਣਾ ਪਰ ਏਕੜ ਵਿੱਚ ਜਾਂ ਮਰਲਿਆਂ ਵਿੱਚ। ਇਹਨਾਂ ਚੀਜ਼ਾਂ ਨੂੰ ਡਿਸਕਸ ਕਰਾਂਗੇ। ਇਹ ਸਾਰੀਆਂ ਗੱਲਾਂ ਅੱਜ ਸਾਡੇ ਟਾਪਿਕ ਦਾ ਹਿੱਸਾ ਹੋਣਗੀਆਂ। ਟਾਪਿਕ ਲਾਉਣ ਤੋਂ ਪਹਿਲੇ ਮੈਂ ਦੋਸਤਾਂ ਨੂੰ ਰਿਕੁਐਸਟ ਕਰਨਾ, ਜਿਹੜੇ ਦੋਸਤ ਨਵੇਂ ਆਏ ਨੇ ਮੇਰੇ ਚੈਨਲ ਤੇ, ਉਹ ਸਭ ਦੋਸਤ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਬੈਲ ਆਈਕਨ ਦਾ ਬਟਨ ਦਬਾ ਦੇਣ ਤਾਂ ਕਿ ਤਾਜ਼ਾ ਔਰ ਅੱਛੀਆਂ ਵੀਡੀਓ ਦੋਸਤਾਂ ਤੱਕ ਪਹੁੰਚ ਜਾਣ ਔਰ ਉਹਨਾਂ ਨੂੰ ਵੇਖ ਕੇ ਕੁਛ ਨਾ ਕੁਛ ਫਾਇਦਾ ਹਾਸਲ ਕਰ ਲਵਾਂ। ਬਿਲਾ ਤਖੀਰ ਅਸੀਂ ਆਨੇ ਆ ਜੀ ਟਾਪਿਕ ਵੱਲ। ਮੈਂ ਗੱਲਾਂ ਕਰਾਂਗਾ 2 ਤੋਂ 3 ਮਰਲਿਆਂ ਤੇ। ਬੀਜ ਦੀ ਵੈਰਾਈਟੀਜ਼ ਔਰ ਬੀਜ ਦੀ ਮਕਦਾਰ ਅਸੀਂ ਥੋੜੀ ਜੀ ਬਾਅਦ 'ਚ ਰੱਖਾਂਗੇ। ਪਹਿਲੇ ਆਣੇ ਆ ਜ਼ਮੀਨ ਦੀ ਤਿਆਰੀ ਵੱਲ ਔਰ ਕਾਸ਼ਤ ਕਰਨ ਦੇ ਤਰੀਕਿਆਂ ਵੱਲ। ਜ਼ਮੀਨ ਦੀ ਤਿਆਰੀ ਕਰਨੀ ਹੈ ਜੀ। ਜ਼ਮੀਨ ਨੂੰ ਅਗਰ ਤੁਸੀਂ ਜ਼ਿਆਦਾ ਗਹਿਰਾ ਹਲ ਨਹੀਂ ਵੀ ਚਲਾਇਆ ਤੇ ਖੈਰ ਹੈ, ਕੋਈ ਮਸਲਾ ਨਹੀਂ। ਗਹਿਰਾ ਹਲ ਦੀ ਬਜਾਏ ਤੁਸੀਂ ਜ਼ਮੀਨ ਨੂੰ ਉੱਪਰ ਰੋਟਾ ਛੋਟਾ ਮਾਰ ਕੇ ਤੁਸੀਂ ਜਿਹੜੇ ਹਲ ਚਲਾਣੇ ਨੇ ਉਹ 1-2 ਦਫਾ ਚਲਾ ਲਓ ਤੇ ਬੜੇ ਨੇ। ਉਹਦੇ ਉੱਤੇ ਰੋਟਾ ਛੋਟਾ ਮਾਰ ਕੇ ਉਹਨੂੰ ਬੁਰਬਰਿਆਂ ਕਰ ਲੈਣਾ। ਉਹਦੇ ਉੱਤੇ ਲਾਸਟ ਟਾਈਮ ਜਦੋਂ ਤੁਸੀਂ ਤਿਆਰੀ ਕਰ ਲੈਣੀ ਹੈ ਕਾਸ਼ਤ ਕਰਨ ਦਾ, ਯਾਨੀ ਕਿ ਫੁੱਲ ਟਾਈਮ ਹੋ ਚੁੱਕਿਆ ਹੈ, ਤੁਹਾਡਾ ਮੂਡ ਬਣ ਗਿਆ, ਤੁਹਾਡਾ ਮਾਈਂਡ ਬਣ ਗਿਆ ਕੋਈ ਕਾਸ਼ਤ ਕਰੂੰ, ਫਿਰ ਤੁਸੀਂ ਹਲ ਦੇ ਮਗਰ ਜਿਹੜਾ ਸੁਹਾਗਾ ਲਗਾਉਂਦੇ ਨੇ ਉਹ ਲਗਾ ਕੇ ਜ਼ਮੀਨ ਨੂੰ ਬਰਾਬਰ ਕਰ ਲੈਣਾ। ਇਹ ਮੈਂ ਗੱਲ ਕਰ ਰਿਹਾ ਜਿਹੜੀ ਆਪਾਂ ਖੇਲੀ ਤੋਂ ਬਗੈਰ ਕਾਸ਼ਤ ਕਰਨੀ ਹੈ, ਉਹ ਹਮਵਾਰ ਜ਼ਮੀਨ ਦੇ ਵਿੱਚ। ਜਿਹੜੀ ਖੇਲੀ ਦੇ ਵਿੱਚ ਕਾਸ਼ਤ ਕਰਨੀ, ਜ਼ਾਹਰੀ ਗੱਲ ਖੇਲੀ ਬਣਾਉਣ ਵਾਸਤੇ ਜ਼ਮੀਨ ਦਾ ਥੋੜਾ ਜਿਹਾ ਗਹਿਰਾ ਹਲ ਚਲਾਉਣਾ ਜ਼ਰੂਰੀ ਹੈ, ਕਿਉਂਕਿ ਖੇਲੀ ਬਣਾਉਣੀ ਹੈ। ਬਹਰਹਾਲ ਅਸੀਂ ਇੱਕ ਵਾਰੀ ਗੱਲ ਕਰਾਂਗੇ ਹਮਵਾਰ ਜ਼ਮੀਨ ਦੀ। ਹਮਵਾਰ ਜ਼ਮੀਨ ਤੇ ਜਿਹੜੇ ਕਾਸ਼ਤ ਕਰਨੀ ਹੈ ਉਹ ਕਿਸ ਤਰ੍ਹਾਂ ਕਰਨੀ। ਤੁਸੀਂ ਜ਼ਮੀਨ ਨੂੰ ਲੇਜ਼ਰ ਕਰਾਉਣਾ ਬੜਾ ਜ਼ਰੂਰੀ ਹੈ। ਜ਼ਮੀਨ ਬਰਾਬਰ ਹੋਵੇ, ਜ਼ਮੀਨ ਹਮਵਾਰ ਹੋਵੇ। ਜਦੋਂ ਹੋ ਜਾਏਗੀ ਫਿਰ ਹਲ ਸ਼ਲ ਚਲਾ ਕੇ ਉਹਨੂੰ ਤਿਆਰੀ ਦੇ ਕੇ, ਰੋਟਾ ਛੋਟਾ ਲਗਾ ਕੇ ਤਿਆਰੀ ਦੇ ਕੇ, ਜਦੋਂ ਲਾਸਟ ਟਾਈਮ ਤੁਸੀਂ ਹਲ ਤੇ ਸੁਹਾਗਾ ਚਲਾ ਕੇ ਉਹ ਤੁਹਾਡੇ ਯਾਨੀ ਕਿ ਕਨਫਰਮ ਹੋ ਗਈ। ਹੁਣ ਅਗਰ ਤੁਸੀਂ ਉਹਦੇ ਵਿੱਚ ਬੰਨਾ ਪਾਵਣਾ ਚਾਹੁੰਦੇ ਜੇ, ਉਹਦੀਆਂ ਕਿਆਰੀਆਂ 5 ਮਰਲੇ ਦੀਆਂ ਬਣਾਉਣਾ ਚਾਹੁੰਦੇ ਜੇ, 10 ਮਰਲੇ ਦੀ ਬਣਾਉਣਾ ਚਾਹੁੰਦੇ ਜੇ, ਜਾਂ ਤੁਹਾਡਾ ਜ਼ਹਨ ਹੈ ਕਿ ਅਸੀਂ 4 ਕਨਾਲ ਦੀ ਬਣਾ ਕੇ ਯਾਨੀ ਕਿ ਉਹਦੇ ਵਿੱਚ ਬੰਨਾ ਪਾ ਕੇ, ਇਹ ਸਾਰੇ ਤਰੀਕਿਆਂ ਨਾਲ ਕਾਸ਼ਤ ਹੋ ਜਾਂਦਾ ਹੈ। ਜ਼ਿਆਦਾ ਬਿਹਤਰ ਹੈ ਜੀ ਤੁਸੀਂ ਕਿਆਰੀਆਂ ਬਣਾ ਲਓ, 5 ਮਰਲੇ ਦੀ ਬਣਾ ਲਓ ਜਾਂ 10 ਮਰਲੇ ਦੀ। ਇਹਦੇ ਵਿੱਚ ਸ਼ਰਤ ਕੋ ਨਹੀਂ ਕਿ ਤੁਸੀਂ ਕਿਆਰੀ, ਇਹ ਸ਼ਰਤ ਕਿਆਰੀ ਬਣਾਉਣ ਦਾ ਮਕਸਦ ਇਹ ਆ ਕਿ ਅਗਰ ਤੁਸੀਂ ਪਾਣੀ ਲਗਾਉਣਾ ਹੈ ਉਹ ਅੱਛੇ ਤਰੀਕੇ ਨਾਲ ਲੱਗ ਜਾਵੇ। ਪੂਰੇ ਖੇਤ ਦੇ ਵਿੱਚ, ਪੂਰੇ ਏਕੜ ਵਿੱਚ ਵੀ ਤੁਸੀਂ ਬਗੈਰ ਕਿਆਰੀਆਂ ਬਣਾਏ ਵੀ ਕਾਸ਼ਤ ਕਰ ਸਕਦੇ ਜੀ। ਕਿਵੇਂ ਕਾਸ਼ਤ ਕਰ ਸਕਦੇ ਆ ਜੀ? ਜ਼ਮੀਨ ਤੁਹਾਡੀ ਬਰਾਬਰ ਹੋ ਗਈ, ਹਮਵਾਰ ਹੋ ਗਈ, ਤਿਆਰੀ ਲੱਗ ਗਈ ਹੈ, ਲਾਸਟ ਹਲ ਸੁਹਾਗਾ ਹੋ ਗਿਆ, ਉਹਦੇ ਵਿੱਚ ਲੈਣਾ ਲਗਾ ਕੇ ਹੱਥ ਨਾਲ ਜਾਂ ਛੜੀ ਨਾਲ ਜਾਂ ਕਿਸੇ ਲੋਹੇ ਦੇ ਸਰੀਏ ਵਗੈਰਾ ਨਾਲ ਲੈਣਾ ਲਗਾ ਕੇ ਤੁਸੀਂ 2 ਤੋਂ 3 ਇੰਚ ਦੇ ਫਾਸਲੇ ਤੇ ਤੁਰੀਆਂ ਲਗਾਓਗੇ। 2 ਤੋਂ 3 ਇੰਚ ਦੇ ਫਾਸਲੇ ਤੇ ਜਿਹੜਾ ਲੈਨ ਟੂ ਲੈਨ ਫਾਸਲਾ ਹੋਏਗਾ ਉਹ ਤੁਹਾਡਾ ਕਮ ਅਜ਼ ਕਮ 5 ਤੋਂ 8 ਇੰਚ ਹੋਏਗਾ। ਯਾਨੀ ਕਿ ਫੁੱਟ ਹੁੰਦਾ 12 ਇੰਚ ਦਾ, ਉਹ ਜ਼ਿਆਦਾ ਲੰਬੀ ਹੋ ਜਾਏਗੀ। ਤੁਸੀਂ ਅੱਧੇ ਫੁੱਟ ਦਾ 5 ਤੋਂ 6 ਇੰਚ ਬਹੁਤ ਹੈ ਜਿਹੜੀ ਹੁੰਦੀ ਲੈਨ ਟੂ ਲੈਨ ਦਾ ਫਾਸਲਾ। 2 ਤੋਂ 3 ਇੰਚ ਤੁਰੀ ਤੋਂ ਤੁਰੀ ਦਾ ਫਾਸਲਾ 2 ਤੋਂ 3 ਇੰਚ ਹੋਏਗਾ। ਹੁਣ ਇੱਥੇ ਮੈਂ ਇੱਕ ਟਿਪਸ ਦਿਆਂਗਾ, ਇੱਥੇ ਮੈਂ ਗੱਲ ਇੱਕ ਕਰਾਂਗਾ ਜਿਹੜੀ ਦੋਸਤਾਂ ਨੇ ਬੜੇ ਗੌਰ ਤੇ ਤਵੱਜੋ ਨਾਲ ਸੁਣਨੀ। ਕਿਹੜੀ ਜੀ? ਇੱਕ ਤਾਂ ਖਿਆਲ ਰੱਖਣਾ ਹੈ ਜੀ ਤੁਰੀ ਜ਼ਿਆਦਾ ਗਹਿਰਾਈ ਦੇ ਵਿੱਚ ਨਾ ਕਾਸ਼ਤ ਹੋਵੇ, ਕਿਉਂਕਿ ਜ਼ਿਆਦਾ ਗਹਿਰਾਈ ਦੇ ਵਿੱਚ ਕਾਸ਼ਤ ਹੋਵੇਗੀ ਉਹ ਫੋਟ ਕਰੇਗੀ। ਜਿਹੜੀ ਤੁਰੀ ਲਗਾਈ ਹੈ, ਜਿਹੜੀ ਜੜ ਬਣੇਗੀ ਪੌਦੇ ਦੀ, ਉਹ ਜ਼ਮੀਨ ਦੇ ਵਿੱਚ ਰਹਿ ਜਾਏਗੀ। ਅਗਰ ਜ਼ਮੀਨ ਦੇ ਵਿੱਚ ਜੜ ਰਵੇਗੀ ਤਾਂ ਤੁਰੀ ਮੋਟੀ ਨਹੀਂ ਹੋਵੇਗੀ। ਜਿਹੜਾ ਥੱਲੇ ਲਾਸਟ ਟਾਈਮ ਜਦੋਂ ਐਂਡ ਤੇ ਲਸਣ ਥੋਮ ਜਿਹੜਾ ਪੱਕ ਕੇ ਤਿਆਰ ਹੋ ਜਾਏਗੀ, ਫਸਲ ਪੱਟਣ ਵਾਸਤੇ ਤਿਆਰ ਹੋ ਜਾਏਗਾ, ਲਸਣ ਥੱਲੇ ਫੁੱਲ ਬਣ ਚੁੱਕਿਆ ਹੋਏਗਾ, ਉਹ ਅਗਰ ਤੁਹਾਡੀ ਤੁਰੀ ਜ਼ਮੀਨ ਦੇ ਵਿੱਚ ਗਹਿਰੀ ਹੈ ਜਾਂ ਜ਼ਮੀਨ ਦੇ ਥੱਲੇ ਉਹ ਬੀਜ ਹੈ ਜਾਂ ਲਸਣ ਤਿਆਰ ਹੋਇਆ ਹੈ, ਉਹ ਇੰਨੀ ਮੋਟੀ ਤੁਰੀ ਨਹੀਂ ਹੋਏਗੀ, ਉਹ ਗੰਢੀ ਛੋਟੀ ਰਹਿ ਜਾਏਗੀ। ਇਹ ਬੜਾ ਖਾਸ ਖਿਆਲ ਰੱਖਣਾ ਹੈ ਕਿ ਤੁਰੀ ਨਾ ਜ਼ਿਆਦਾ ਬਾਹਰ ਹੋਵੇ, ਨਾ ਹੀ ਜ਼ਿਆਦਾ ਜ਼ਮੀਨ ਦੇ ਅੰਦਰ ਗਹਿਰੀ ਚਲੀ ਜਾਵੇ। ਦੂਸਰੇ ਨੰਬਰ ਤੇ ਟੈਂਪਰੇਚਰ ਜਿਹੜਾ ਹੈ ਉਹ ਇਸ ਟਾਈਮ ਵੀ, ਕਿਉਂਕਿ ਹੁਣ 1 ਅਕਤੂਬਰ ਹੋ ਗਈ ਹੈ, ਇਸ ਟਾਈਮ ਵੀ ਟੈਂਪਰੇਚਰ ਤੇਜ਼ ਹੈ, ਕਮ ਅਜ਼ ਕਮ 30 ਦੇ ਹੇਠਾਂ ਉੱਤੇ ਟੈਂਪਰੇਚਰ ਚੱਲ ਰਿਹਾ। ਹਾਲੇ ਟਾਈਮ ਅਗਰ ਤੁਸੀਂ ਇਸ ਟਾਈਮ ਲਸਣ ਕਾਸ਼ਤ ਕਰਨਾ ਹੈ ਤੇ ਇੱਕ ਹੋਰ ਗੱਲ ਦਾ ਖਾਸ ਖਿਆਲ ਰੱਖਣਾ ਹੈ ਜੀ, ਪਾਣੀ ਫੌਰਨ ਲਗਾਉਣਾ ਹੈ। ਜਾਂ ਤਾਂ ਹਲਕਾ ਹਲਕਾ 72 ਹੋਏਗਾ ਜਦੋਂ ਤੁਸੀਂ ਬੀਜ ਕਾਸ਼ਤ ਕਰੋਗੇ,
ਜਾਂ ਅਗਰ ਤੁਹਾਡੀ ਜ਼ਮੀਨ ਫੁੱਲ ਸੁੱਕੀ ਹੋਈ ਹੈ, ਕੱਟਾ ਬਣਿਆ ਹੋਇਆ ਹੈ, ਉਹਦੇ ਵਿੱਚ ਬੀਜ ਲਗਾ ਕੇ ਤੁਹਾਨੂੰ ਇੱਕ ਦਿਹਾੜੀ ਜਾਂ ਜ਼ਿਆਦਾ ਟਾਈਮ ਨਹੀਂ ਛੱਡਣਾ, ਫੌਰਨ ਪਾਣੀ ਲਗਾਉਣਾ ਹੋਏਗਾ। ਇਹ ਬੜੀ ਗੱਲ ਹੈ ਜਿਹੜੀ ਮੈਂ ਕਰ ਰਿਹਾ, ਅਹਿਮ ਹੈ, ਇਹ ਟਾਪਕ ਦੀ ਬੜੀ ਅਹਿਮ ਤਰੀਨ ਗੱਲ ਹੈ। ਅਗਰ ਅਸੀਂ ਉਹਨੂੰ ਛੱਡ ਦਿਆਂਗੇ ਇੱਕ ਦਿਨ ਵਾਸਤੇ ਜਾਂ 2 ਦਿਨ ਵਾਸਤੇ, ਉਹ ਬੀਜ ਟੈਂਪਰੇਚਰ ਦੇ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਖਰਾਬ ਹੋਣ ਦਾ ਖਤਰਾ ਹੁੰਦਾ ਹੈ, ਉਹਦੀ ਜਰਮੀਨੇਸ਼ਨ ਘਟ ਜਾਂਦੀ ਹੈ। ਇਸ ਚੀਜ਼ ਦਾ ਬੜਾ ਖਿਆਲ ਰੱਖਣਾ, ਕਿਉਂਕਿ ਟੈਂਪਰੇਚਰ ਜ਼ਿਆਦਾ ਹੈ, ਜ਼ਮੀਨ ਗਰਮ ਹੋਏਗੀ, ਉਹ ਬੀਜ ਵਿੱਚੋਂ ਲੱਗਿਆ ਖਰਾਬ ਹੋ ਜਾਏਗਾ। ਅਗਰ ਪਾਣੀ ਲਗਾਵਾਂਗੇ ਉਹ ਸੈੱਟ ਹੋ ਜਾਏਗਾ। ਲਓ ਜੀ, ਇਹ ਹੋ ਗਿਆ ਜੀ ਇੱਕ ਮਰਲਾ ਕਾਸ਼ਤ ਦਾ। ਕਾਸ਼ਤ ਦਾ ਦੂਸਰਾ ਮਰਲਾ ਹੈ ਜੀ ਖੇਲੀ ਬਣਾ ਕੇ, ਖੇਲੀਆਂ ਬਣਾਉਣੀਆਂ ਨੇ। ਅਗਰ ਖੇਲੀ ਤੇ ਕਾਸ਼ਤ ਕਰਨਾ ਚਾਹੁੰਦੇ ਜੇ, ਖੇਲੀ ਤੇ ਲਗਾਉਣ ਦੇ ਵੀ 2 ਤਰੀਕੇ ਦੋਸਤਾਂ ਨਾਲ ਮੈਂ ਸ਼ੇਅਰ ਕਰਨਾ। ਗੱਲ ਮੁਖਤਸਰ ਕਰਦਾ ਜਾਣਾ, ਥੋੜੀ ਜੀ ਮੈਂ ਗੱਲ ਮਕਾਉਣ ਦੀ ਕੋਸ਼ਿਸ਼ ਕਰਾਂਗਾ ਜਲਦੀ। ਖੇਲੀ ਬਣਾ ਕੇ, ਖੇਲੀ ਦਾ ਸੋਹਣਾ ਬੈੱਡ ਬਣਾ ਲੈਣਾ ਹੈ। ਬੈੱਡ ਦੇ ਉੱਪਰ ਲਾਈਨਾਂ ਲਗਾ ਕੇ ਇਸ ਤਰ੍ਹਾਂ ਦੀਆਂ ਜਾਂ ਇਸ ਤਰ੍ਹਾਂ ਦੀ ਖੇਲੀ ਦੇ ਉੱਪਰ ਤਸਵੀਰ ਦੇ ਉੱਪਰ ਜਿਹੜਾ ਆ ਰਿਹਾ, ਇਸ ਤਰ੍ਹਾਂ ਦੀ ਖੇਲੀ ਬਣਾ ਕੇ ਇਹਦੇ ਉੱਤੇ ਬੈੱਡ ਬਣਾ ਕੇ 2 ਤੋਂ 3 ਇੰਚ ਦਾ ਫਾਸਲਾ ਰੱਖ ਤੇ ਤੁਰੀ ਤੋਂ ਤੁਰੀ ਦਾ ਇਹ ਤੁਸੀਂ ਪੂਰੇ ਬੈੱਡ ਦੇ ਉੱਪਰ ਲਗਾ ਕੇ ਉਹ ਖੇਲੀ ਨੂੰ ਤੁਸੀਂ ਪਾਣੀ ਲਗਾਓਗੇ। ਪਾਣੀ ਇੰਨਾ ਕੁ ਲਗਾਓਗੇ ਕਿ ਰੇਂਜ ਫੁੱਲ ਚੜ ਜਾਵੇ, ਕਿਉਂਕਿ ਉੱਪਰ ਭਰ ਕੇ ਪਾਣੀ ਨਹੀਂ ਲਗਾਵਾਂਗੇ। ਅਗਰ ਫਿਰ ਉੱਤੇ ਦੀ ਖੇਲੀ ਦੇ ਪਾਣੀ ਟੋਰ ਦੇਾਂਗੇ, ਉਹ ਫਿਰ ਜਰਮੀਨੇਸ਼ਨ ਵਿੱਚ ਵੀ ਮਸਲਾ ਆਏਗਾ। ਫਿਰ ਜਦੋਂ ਪੌਦਾ बढ़ोतरी ਕਰੇਗਾ, ਥੱਲੇ ਜਦੋਂ ਥੋਮ ਲਸਣ ਸਾਡਾ ਤਿਆਰ ਹੋਵੇਗਾ, ਉਹ ਵੀ ਖਰਾਬ ਹੋਏਗਾ, ਜ਼ਿਆਦਾ ਤੁਰੀ ਨਹੀਂ ਬਣੇਗੀ। ਲਿਹਾਜ਼ਾ ਪਾਣੀ ਦਾ ਖਾਸ ਖਿਆਲ ਰੱਖਣਾ, ਪਾਣੀ ਥੱਲੇ ਰੱਖਣਾ, ਰੇਂਜ ਜਿਹੜੀ ਹੈ ਉਹ ਰੇਂਜ ਹੀ ਬਸ ਜਾਵੇ ਉੱਪਰ ਤੱਕ। ਉੱਪਰ ਬੈੱਡ ਦੇ ਉੱਤੇ ਤੁਰੀਆਂ ਤੁਸੀਂ ਲਗਾਉਣੀਆਂ ਨੇ। ਹੁਣ ਇਹ ਹੋ ਗਿਆ ਜੀ ਖੇਲੀ ਦਾ ਇੱਕ ਤਰੀਕਾ। ਦੂਸਰਾ ਤਰੀਕਾ ਹੈ ਜੀ ਖੇਲੀ ਦਾ। ਖੇਲੀ ਤੁਸੀਂ ਛੋਟੀ ਥੋੜੀ ਜਿਹੀ ਬਣਾਉਣੀ ਹੈ। ਇਸ ਛੋਟੀ ਖੇਲੀ ਦੇ ਤੁਸੀਂ ਜਿਸ ਤਰ੍ਹਾਂ ਮਕਈ ਦਾ ਬੀਜ ਆਪਾਂ ਲਗਾਣੇ ਆ ਜਾਂ ਕੋਈ ਦੂਸਰੀਆਂ ਸਬਜ਼ੀਆਂ ਗੋਭੀ ਵਗੈਰਾ ਜਾਂ ਦੂਸਰੀਆਂ ਸਬਜ਼ੀਆਂ ਦੇ ਬੀਜ ਲਗਾਣੇ ਆ ਸਾਈਡਾਂ ਤੇ ਕਿਨਾਰੀਆਂ ਤੇ, ਅਸੀਂ ਕਿਨਾਰੀਆਂ ਤੇ ਬੀਜ ਕਾਸ਼ਤ ਕਰਾਂਗੇ, ਤੁਰੀਆਂ ਕਾਸ਼ਤ ਕਰਾਂਗੇ। 2 ਤੋਂ 3 ਇੰਚ ਦੇ ਫਾਸਲੇ ਤੇ ਤੁਰੀਆਂ ਲਾਈਨਾਂ 'ਚ ਕਾਸ਼ਤ ਕਰਾਂਗੇ। ਤਸਵੀਰ ਦੇ ਅੰਦਰ ਤੁਸੀਂ ਦੇਖ ਰਹੇ ਹੋ ਤੇ 2 ਤੋਂ 3 ਇੰਚ ਦੇ ਲਾਈਨਾਂ ਤੇ ਤੁਰੀਆਂ ਕਾਸ਼ਤ ਹੋ ਗਈਆਂ। ਇਹ ਜਨਾਬ ਦੋਨਾਂ ਸਾਈਡਾਂ ਤੇ ਕਾਸ਼ਤ ਹੋਏਗਾ। ਇਹ ਖੇਲੀ ਵੀ ਤੁਸੀਂ ਦੇਖ ਰਹੇ ਹੋ, ਇਹਦਾ ਸਾਈਜ਼ ਵੀ ਦੇਖ ਰਹੇ ਹੋ, ਕਰ ਦਿਓਗੇ। ਜਿੰਦਾ ਜਿਹੜਾ ਬੈੱਡ ਬਣਨਾ ਉਹ ਜ਼ਾਰੀ ਗੱਲ ਬੈੱਡ ਚੌੜਾ ਬਣੇਗਾ, ਕਮ ਅਜ਼ ਕਮ ਫੁੱਟ ਤੋਂ 1.5 ਫੁੱਟ ਦਾ ਬੈੱਡ ਬਣੇਗਾ, ਜਿਹਦੇ ਉੱਪਰ 2 ਤੋਂ 3 ਲਾਈਨਾਂ ਆ ਜਾਣਗੀਆਂ ਆਸਾਨੀ ਨਾਲ। ਇਹ ਹੋ ਗਿਆ ਜੀ ਦੋਨਾਂ ਖੇਲੀਆਂ ਦਾ ਤਰੀਕਾ ਵੀ ਹੋ ਗਿਆ, ਇਹ ਹਮਵਾਰ ਜ਼ਮੀਨ ਦਾ ਵੀ ਤਰੀਕਾ ਹੋ ਗਿਆ। ਹੁਣ ਆਣੇ ਆ ਜੀ ਵੈਰਾਈਟੀ ਕਿਹੜੀ ਲਗਾਣੀ ਹੈ ਜੀ। ਵੈਰਾਈਟੀਆਂ ਇੱਕ ਹੈਗਾ ਜੀ ਗੁਲਾਬੀ ਦੇਸੀ ਵੈਰਾਈਟੀ ਹੈ, ਇੱਕ ਸਫੈਦ ਵੈਰਾਈਟੀ ਹੈ, ਪਖਤੂਨਖਵਾ ਵੈਰਾਈਟੀ ਹੈ, ਪਿਸ਼ਾਵਰ, ਕਾਫੀ ਵੈਰਾਈਟੀਆਂ ਆ ਚੁੱਕੀਆਂ। ਅਸੀਂ ਅੱਜ ਗੱਲ ਕਰਾਂਗੇ ਜੀ ਗੁਲਾਬੀ ਲਸਣ ਦੀ। ਗੁਲਾਬੀ ਲਸਣ ਲਗਾਵਾਂਗੇ ਜਨਾਬ ਅਸੀਂ, ਉਹਦੀਆਂ ਤੁਰੀਆਂ 4 ਤੋਂ 5 ਮਣ ਤੁਰੀਆਂ ਨਿਕਾਲ ਕੇ ਜਿਹੜੀਆਂ ਪਰ ਏਕੜ 'ਚ ਅਸੀਂ ਕਾਸ਼ਤ ਕਰਾਂਗੇ, 4 ਤੋਂ 5 ਮਣ ਤੁਰੀਆਂ। ਅੱਛਾ, ਇੱਥੇ ਮੈਂ ਇੱਕ ਹੋਰ ਗੱਲ ਕਰਾਂਗਾ, ਅਹਿਮ ਤਰੀਨ ਗੱਲ ਕਰਾਂਗਾ। ਦੋਸਤ ਕਈ ਜਿੰਨਾ ਕਾਸ਼ਤ ਕਰਨਾ ਹੁੰਦਾ ਉਹ ਇਸ ਤਰ੍ਹਾਂ ਕਰਦੇ ਨੇ ਜੀ, ਉਹ ਜਿਹੜੀ ਤੁਰੀ ਹੁੰਦੀ ਹੈ ਉਹਨੂੰ ਗੰਢਲੀ, ਜਿਹੜੀ ਥੋਮ ਦੀ ਗੰਢੀ ਹੁੰਦੀ, ਲਸਣ ਦੀ ਗੰਢੀ ਹੁੰਦੀ, ਉਹਦੇ ਨਾਲੋਂ ਖੇੜ ਲੈਂਦੇ ਨੇ 4 ਤੋਂ 5 ਦਿਨ ਪਹਿਲੇ। इन दोस्तों ने इस चीज का ख्याल लाजमी रखना है कि उस गंढी नूं नखेड़ना नहीं, वो खेड़ना नहीं। जदों तुसी काश्त करना है उस टाइम ही, उस दिन ही, या उस तों एक दिन पहले शाम नूं या उस फर्स्ट टाइम उनदे तो चंद घंटे पहले तुसी गंढी नालों जिहड़ी वो गठड़ी होएगी, गंढी बनेगी थोम दी, उन्नू तुरियां नूं लैदा करना है। काश्त करन तो चंद घंटे पहले उन्नू लैदा करना है, 4-5 दिन पहले नहीं उन्नू लैदा करना। ਇਹਦੇ ਨਾਲ ਵੀ ਬੀਜ ਦਾ ਬੜਾ ਮਸਲਾ ਬਣ ਜਾਂਦਾ ਹੈ, ਖਰਾਬ ਹੋਣ ਦੇ ਬੀਜ ਦੇ ਚਾਂਸ ਹੁੰਦੇ ਨੇ, ਬੀਜ ਮਾਰਿਆ ਜਾਂਦਾ ਹੈ, ਉਹਦੀ ਜਰਮੀਨੇਸ਼ਨ ਵਿੱਚ ਬੜਾ ਫਰਕ ਪੈਂਦਾ ਹੈ। ਇਹ 3-4 ਜਿਹੜੀਆਂ ਅਹਿਮ ਤਰੀਨ ਗੱਲਾਂ ਸਨ, ਇਹ ਮੈਂ ਦੋਸਤਾਂ ਨਾਲ ਸ਼ੇਅਰ ਕਰਨਾ ਲਾਜ਼ਮੀ ਸਮਝਦਾ ਸਾਂ। ਹੁਣ ਐਂਡ ਤੇ ਮੈਂ ਟਾਈਮ ਦੀ ਗੱਲ ਕਰਾਂ, ਸੌਰੀ ਇੱਕ ਟਾਪਕ ਰਹਿ ਗਿਆ ਜੀ, ਜ਼ਮੀਨ ਦੀ ਤਿਆਰੀ ਹੋਊਗੀ ਲੇਕਿਨ ਤਿਆਰੀ ਦੇ ਦੌਰਾਨ ਖੁਰਾਕ ਕਿਹੜੀ ਪਾਵਣੀ, ਇਹ ਮੈਂ ਟਾਪਕ ਪਹਿਲੇ ਭੁੱਲ ਗਿਆ, ਮੈਂ ਦੋਸਤਾਂ ਨਾਲ ਸ਼ੇਅਰ ਕਰਾਂ। ਜ਼ਮੀਨ ਦੀ ਤਿਆਰੀ ਦੇ ਦੌਰਾਨ ਖੁਰਾਕ ਦੋਸਤਾਂ ਨੇ ਜਨਾਬ ਪਰ ਏਕੜ ਦੀ ਮੈਂ ਗੱਲ ਕਰਾਂਗਾ। बाकी क्यारियां, छोटियां क्यारियां या घर खाण वास्ते कोई लोग लगाते हैं, कई जनाब गमलियां च लगाना होंदा, कई बगीचियां च लगाना होंदा, कई घर दे लाण च लगाना होंदा। मैं एकड़ की गल करांगा, उस हिसाब नाल फिर तुसीं खाद दा इस्तेमाल 1.5 ਤੋਂ 2 बोरियां DAP ਦੀਆਂ ਅਸੀਂ पर एकड़ इस्तेमाल करांगे। 1.5 ਤੋਂ 2 बोरियां ਉਹਦੇ ਨਾਲ ਤੁਸੀਂ अगर सल्फर मिल जाए तो सल्फर का भी छट्टा कर देंगे। 1.5 ਤੋਂ 2 बोरियां DAP SOP पोटाश अगर मिल जाए जमीन की तैयारी के दौरान, पोटाश लसन वास्ते अहम तरीन हिस्सा है। पोटाश जी लाजमी लगानी चाहिए जमीन के SOP भी तुम मिक्स करके हल चला सकते हो। DAP के 1.5 ਤੋਂ 2 बोरियां पर एकड़ असीं पावांगे। खुराक का लाजमी ख्याल रखना। जी बाकी उपर वाली खुराक होएगी, उपर वाली बीमारियां होणगियां, जिहड़ियां
ਲਸਣ ਦੀ ਉਗਾਓ ਤੋਂ ਬਾਅਦ ਵਾਲਾ ਜਿਹੜਾ ਮਸਲਾ ਹੋਏਗਾ ਉਹ ਇਨਸ਼ਾਅੱਲਾ ਪਾਰਟ 2 ਇਸ ਸੀਜ਼ਨ ਦੇ ਪਾਰਟ 2 ਦੇ ਵਿੱਚ ਆਵੇਗਾ। ਹੁਣ ਅਸੀਂ ਜ਼ਮੀਨ ਦੀ ਤਿਆਰੀ ਵਾਸਤੇ ਖੁਰਾਕ ਦੱਸੀ ਹੈ। ਕਾਸ਼ਤ ਕਰਕੇ ਪਾਣੀ ਲਗਾ ਕੇ ਜਾਂ ਪਾਣੀ ਲਗਾਉਣ ਤੋਂ ਪਹਿਲੇ ਦੋਨੋਂ ਤਰੀਕਿਆਂ ਦੇ ਵਿੱਚ ਤੁਸੀਂ ਜੜੀ ਬੂਟੀ ਵਾਲਾ ਸਪਰੇਅ ਕਰੋਗੇ, ਫੁੱਲ ਕਲੀਅਰ ਜਾਂ ਡੂ ਆਲਗੋਲ ਪੈਂਡੀ ਕਈ ਸਪਰੇਵਾਂ ਨੇ, ਲੇਕਿਨ ਫੁੱਲ ਕਲੀਅਰ ਜਿਹੜਾ ਸਪਰੇਅ ਆ ਉਹ ਸਪੈਸ਼ਲਿਸਟ ਲਸਣ ਵਾਸਤੇ ਆ। ਤੁਸੀਂ 100 ਤੋਂ 120 ml ਪਰ ਟੈਂਕੀ ਵਿੱਚ ਪਾ ਕੇ ਸਪਰੇਅ ਕਰੋਗੇ। ਕੋਸ਼ਿਸ਼ ਕਰਨੀ ਹੈ ਜਿਸ ਤਰ੍ਹਾਂ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਆ ਰਿਹਾ, ਉਲਟੇ ਕਦਮ ਚੱਲ ਕੇ ਸਪਰੇਅ ਕਰਨੀ ਹੈ, ਨਿੱਗੀ ਕਰਕੇ 100 ਤੋਂ 120 ml ਪਰ ਟੈਂਕੀ 'ਚ ਦਵਾਈ ਪਾ ਕੇ ਪਾਣੀ ਦੀ ਬਾਕੀ ਟੈਂਕੀ ਭਰ ਕੇ ਤੁਸੀਂ ਸਪਰੇਅ ਕਰ ਦਿਓਗੇ। ਸੁੱਕੇ ਬੱਤਰ ਤੇ ਫੌਰਨ ਪਾਣੀ ਲਗਾ ਦਿਆ ਜੀ, ਇਨਸ਼ਾਅੱਲਾ ਕਿਸੇ ਕਿਸਮ ਦੀ ਕੋਈ ਜੜੀ ਬੂਟੀ ਨਹੀਂ ਉੱਗੇਗੀ। ਪਾਣੀ ਲਗਾ ਕੇ ਤਰ ਬੱਤਰ ਹਾਲਤ ਵਿੱਚ ਵੀ ਤੁਸੀਂ ਸਪਰੇਅ ਕਰ ਸਕਦੇ ਹੋ। ਤਰ ਬੱਤਰ ਹਾਲਤ ਵਿੱਚ ਮੈਂ ਤਾਂ ਨਹੀਂ ਰਿਕਮੈਂਡ ਕਰ ਰਿਹਾ ਕਿਉਂਕਿ ਉਸ ਟਾਈਮ ਇਹ ਲਸਣ ਹੈ, ਇਹ ਉਹਦੇ ਉੱਤੇ ਪੈਰ ਆਣਗੇ ਤਾਂ ਬੀਜ ਖਰਾਬ ਨਾ ਹੋ ਜਾਵੇ। ਸੁੱਕੇ ਬੱਤਰ ਦੇ ਸਪਰੇਅ ਕਰ ਲੈਣਾ ਇਹ ਤਰ ਬੱਤਰ ਹਾਲਤ ਨਾਲ ਬਿਹਤਰ ਹੈ ਲਸਣ ਤੇ ਖਾਸ ਤੌਰ ਤੇ। ਇਹ ਜੜੀ ਬੂਟੀਆਂ ਦਾ ਇਹਦੇ ਨਾਲ ਕਿਸੇ ਕਿਸਮ ਦੀ ਕੋਈ ਜੜੀ ਬੂਟੀ ਨਹੀਂ ਉੱਗਦੀ। ਤੋ ਬਹਰਹਾਲ ਮੈਂ ਚੰਦ ਦੇ ਗੱਲਾਂ ਜ਼ਰੂਰੀ ਸਮਝਦਾ ਸਾਂ ਲਸਣ ਦੇ ਬਾਰੇ, ਲਸਣ ਦੀ ਕੇਅਰ ਦੇ ਬਾਰੇ, ਇਹਦੀ ਕਾਸ਼ਤ ਦੇ ਬਾਰੇ, ਇਹ ਮੈਂ ਦੋਸਤਾਂ ਨਾਲ ਜ਼ਰੂਰੀ ਸਮਝਦਾ ਸਾਂ। ਮੈਂ ਇਹ ਗੱਲਾਂ ਦੋਸਤਾਂ ਨਾਲ ਸ਼ੇਅਰ ਕੀਤੀਆਂ। ਅਗਰ ਕੋਈ ਗੱਲ ਰਹਿ ਗਈ ਜਾਂ ਮੇਰੇ ਮਾਈਂਡ 'ਚ ਨਹੀਂ ਆਈ, ਮੇਰਾ WhatsApp ਨੰਬਰ, ਮੇਰਾ ਸੈੱਲ ਨੰਬਰ ਆ ਰਿਹਾ, ਦੋਸਤ ਮੇਰੇ ਨਾਲ ਮਸ਼ਵਰਾ ਕਰ ਸਕਦੇ ਨੇ। ਮੈਨੂੰ ਫੋਨ ਕਰਕੇ ਕੋਸ਼ਿਸ਼ ਕਰਿਆ ਕਰੋ ਕਿ WhatsApp ਤੇ ਕਾਲ ਕਰ ਲੈਣੀ ਜਾਂ WhatsApp ਤੇ ਵਾਇਸ ਕਰ ਦੇਣਾ, ਮੈਂ ਇਨਸ਼ਾਅੱਲਾ ਜ਼ਰੂਰ ਜਵਾਬ ਦਿਆਂਗਾ। ਕਿਸੇ ਕਿਸਮ ਦਾ ਕੋਈ ਮਸਲਾ ਹੈ, ਕਿਸੇ ਕਿਸਮ ਦਾ ਤੁਸੀਂ ਲਸਣ ਦੇ ਬਾਰੇ ਕੋਈ ਸਵਾਲ ਹੈ ਜਾਂ ਕੋਈ ਜ਼ਰੀ ਅਦਵਿਆਤ ਦੇ ਬਾਰੇ, ਜੜੀ ਬੂਟੀ ਦੇ ਬਾਰੇ ਕੋਈ ਸਵਾਲ ਹੈ, ਬੀਜ ਦੇ ਬਾਰੇ ਸਵਾਲ, ਇਹ ਮੇਰੇ ਨਾਲ ਤੁਸੀਂ ਮਸ਼ਵਰਾ ਕਰ ਸਕਦੇ ਹੋ। ਇਜਾਜ਼ਤ ਦਿਓ, ਅੱਲਾਹ ਹਾਫਿਜ਼।